ਹੈਲੋ +1 ਕਲਾਸ। ਅੱਜ ਆਪਾਂ ਐਕਸਲਰੇਸ਼ਨ ਬਾਰੇ ਡਿਟੇਲ 'ਚ ਪੜ੍ਹਨਾ ਹੈ, ਬਟ ਐਕਸਲਰੇਸ਼ਨ ਤੋਂ ਪਹਿਲਾਂ ਆਪਾਂ ਇੱਕ ਟਰਮ ਪੜ੍ਹਨੀ ਹੈ, ਨਾਨ ਯੂਨੀਫਾਰਮ ਮੋਸ਼ਨ। ਬੱਚੋ, ਜਦੋਂ ਤੁਸੀਂ ਰੋਡ 'ਤੇ ਜਾਂਦੇ ਹੋ, ਬਾਈਕ 'ਤੇ ਜਾਂ ਕਾਰ 'ਤੇ ਜਾਂਦੇ ਹੋ, ਤਾਂ ਤੁਹਾਨੂੰ ਰੋਡ ਕਦੇ ਵੀ ਖਾਲੀ ਨਹੀਂ ਮਿਲਦੀ ਹੈਗੀ। ਰਸ਼ ਹੁੰਦਾ ਹੈ ਨਾ, ਕਦੇ ਥੋੜ੍ਹਾ ਜਿਹੀ ਖੁੱਲ੍ਹੀ ਰੋਡ ਹੁੰਦੀ ਹੈ, ਕਦੇ ਟਾਈਟ ਰੋਡ ਹੁੰਦੀ ਹੈ, ਕਦੇ ਰਸ਼ ਹੁੰਦਾ, ਕਦੇ ਨਹੀਂ ਹੁੰਦਾ ਹੈਗਾ। ਮਤਲਬ ਤੁਹਾਡੀ ਜਿਹੜੀ ਵੈਲੋਸਿਟੀ ਹੈ ਡਿਫਰੈਂਟ ਹੁੰਦੀ ਰਹਿੰਦੀ ਹੈ ਐਟ ਡਿਫਰੈਂਟ ਇੰਸਟੈਂਟ। ਠੀਕ ਹੈ। ਇਸ ਜਦੋਂ ਵੈਲੋਸਿਟੀ ਨੂੰ ਆਪਾਂ ਕਹਿੰਦੇ ਹਾਂ ਚੇਂਜ ਹੁੰਦੀ ਰਹਿੰਦੀ ਹੈ, ਦੈਨ ਦੈਟ ਮੋਸ਼ਨ ਇਜ਼ ਨਾਨ ਯੂਨੀਫਾਰਮ ਮੋਸ਼ਨ। ਮਤਲਬ ਆਪਾਂ ਇਕੁਅਲ ਡਿਸਪਲੇਸਮੈਂਟ ਕਵਰ ਕਰਦੇ ਹਾਂ ਜਾਂ ਅਨਇਕੁਅਲ ਡਿਸਪਲੇਸਮੈਂਟ ਕਵਰ ਕਰਦੇ ਹਾਂ ਇਨ ਇਕੁਅਲ ਇੰਟਰਵਲ ਆਫ ਟਾਈਮ ਜਾਂ ਇਨ ਅਨਇਕੁਅਲ ਇੰਟਰਵਲ ਆਫ ਟਾਈਮ। ਠੀਕ ਹੈ। ਟਾਈਮ ਵੀ ਇਕੁਅਲ ਜਾਂ ਅਨਇਕੁਅਲ ਹੋ ਸਕਦਾ ਹੈ, ਡਿਸਪਲੇਸਮੈਂਟ ਵੀ ਇਕੁਅਲ ਜਾਂ ਅਨਇਕੁਅਲ ਹੋ ਸਕਦਾ ਹੈ। That is called non-uniform motion. If it covers unequal displacements in equal intervals of time, ਚਾਹੇ ਉਹ ਟਾਈਮ ਇੰਟਰਵਲ ਛੋਟੇ ਹੋਣ। ਠੀਕ ਹੈ। ਐਕਚੁਅਲੀ ਜਿਹੜੀ ਆਪਾਂ ਮੋਸ਼ਨ ਕਰਦੇ ਹਾਂ ਬਾਈਕ 'ਤੇ ਜਾਂ ਸਾਈਕਲ 'ਤੇ, ਦੈਟ ਇਜ਼ ਨਾਨ ਯੂਨੀਫਾਰਮ ਮੋਸ਼ਨ। ਹਾਂਜੀ, ਇਸ ਤੋਂ ਇਹਦੇ ਨਾਲ ਹੀ ਆਪਾਂ ਨੂੰ ਐਕਸਲਰੇਸ਼ਨ ਵਾਲੀ ਟਰਮ ਸਮਝ ਆਏਗੀ, ਕਿਉਂਕਿ ਐਕਸਲਰੇਸ਼ਨ ਹੈ ਚੇਂਜ ਇਨ ਵੈਲੋਸਿਟੀ ਪਰ ਯੂਨਿਟ ਟਾਈਮ। ਟਾਈਮ ਦੇ ਨਾਲ ਨਾਲ ਵੈਲੋਸਿਟੀ ਚੇਂਜ ਹੁੰਦੀ ਰਹਿੰਦੀ ਹੈ, ਵੈਲੋਸਿਟੀ ਕੌਨਸਟੈਂਟ ਨਹੀਂ ਰਹਿੰਦੀ ਹੈਗੀ, ਤਾਂ ਆਪਾਂ ਕਹਿੰਦੇ ਐਕਸਲਰੇਸ਼ਨ ਹੈ। ਬਾਡੀ ਐਕਸਲਰੇਟਿਡ ਹੈ ਜਾਂ ਉਹ ਮੋਸ਼ਨ ਐਕਸਲਰੇਟਿਡ ਹੈ। ਠੀਕ ਹੈ। ਜਦੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਡਿਫਰੈਂਟ ਇੰਸਟੈਂਟ 'ਤੇ ਵੈਲੋਸਿਟੀ ਆਫ ਦੀ ਆਬਜੈਕਟ ਡਿਫਰੈਂਟ ਹੁੰਦਾ ਹੈ ਜਾਂ ਆਬਜੈਕਟ ਆਪਣੀ ਵੈਲੋਸਿਟੀ ਬਾਰ-ਬਾਰ ਚੇਂਜ ਕਰਦਾ ਰਹਿੰਦਾ ਹੈ, ਉਸ ਮੋਸ਼ਨ ਨੂੰ ਆਪਾਂ ਕਹਿੰਦੇ ਹਾਂ ਐਕਸਲਰੇਟਿਡ ਮੋਸ਼ਨ। ਰੋਡ 'ਤੇ ਜਿਹੜੀ ਵੀ ਆਪਾਂ ਡੇਲੀ ਲਾਈਫ ਦੇ ਵਿੱਚ ਮੋਸ਼ਨ ਦੇਖਦੇ ਹਾਂ, ਦੈਟ ਆਰ ਨਾਨ ਯੂਨੀਫਾਰਮ ਮੋਸ਼ਨ ਐਂਡ ਐਕਸਲਰੇਟਿਡ ਮੋਸ਼ਨ। ਐਕਸਲਰੇਟਿਡ ਮੋਸ਼ਨ ਦੇ ਵਿੱਚ ਚੇਂਜ ਇਨ ਵੈਲੋਸਿਟੀ ਆਫ ਐਨ ਆਬਜੈਕਟ ਇਨ ਈਚ ਯੂਨਿਟ ਆਫ ਟਾਈਮ ਇਜ਼ ਕੌਨਸਟੈਂਟ। ਜਦੋਂ ਕੋਈ ਬਾਡੀ ਕੌਨਸਟੈਂਟ ਐਕਸਲਰੇਸ਼ਨ ਨਾਲ ਮੂਵ ਕਰ ਰਹੀ ਹੈ, ਠੀਕ ਹੈ, ਉਹਦੀ ਵੈਲੋਸਿਟੀ ਜਿਹੜੀ ਚੇਂਜ ਹੋ ਰਹੀ ਹੈ ਕੌਨਸਟੈਂਟਲੀ ਚੇਂਜ ਹੋ ਰਹੀ ਹੈ, ਦੈਨ ਦੈਟ ਮੋਸ਼ਨ ਵਿਲ ਬੀ ਕਾਲਡ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਅੱਛਾ, ਜਦੋਂ ਵੈਲੋਸਿਟੀ ਇਨ ਈਚ ਯੂਨਿਟ ਆਫ ਟਾਈਮ ਕੌਨਸਟੈਂਟਲੀ ਚੇਂਜ ਨਹੀਂ ਹੋ ਰਹੀ ਹੈਗੀ, ਠੀਕ ਹੈ, ਚੇਂਜ ਤਾਂ ਹੋ ਰਹੀ ਹੈ ਬਟ ਕੌਨਸਟੈਂਟਲੀ ਚੇਂਜ, ਇੱਕ ਯੂਨੀਫਾਰਮਿਟੀ ਨਹੀਂ ਹੈਗੀ ਉਹਦੇ ਵਿੱਚ, ਦੈਨ ਦੈਟ ਮੋਸ਼ਨ ਇਜ਼ ਕਾਲਡ ਨਾਨ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ। ਇਸ ਤੋਂ ਪਹਿਲਾਂ ਆਪਾਂ ਐਕਸਲਰੇਸ਼ਨ ਨੂੰ ਕਲੀਅਰ ਕਰ ਲਈਏ, ਇਸ ਟਰਮ ਨੂੰ ਕਲੀਅਰ ਕਰ ਲਈਏ। ਇਫ ਦ ਵੈਲੋਸਿਟੀ ਆਫ ਅ ਬਾਡੀ ਚੇਂਜਿਸ ਈਦਰ ਇਨ ਮੈਗਨੀਟਿਊਡ ਔਰ ਇਨ ਡਾਇਰੈਕਸ਼ਨ ਔਰ ਬੋਥ, ਦੈਨ ਇਟ ਇਜ਼ ਸੈਡ ਟੂ ਹੈਵ ਐਕਸਲਰੇਸ਼ਨ। ਦੇਖੋ, ਵੈਲੋਸਿਟੀ ਚਾਹੇ ਤਾਂ ਮੈਗਨੀਟਿਊਡ 'ਚ ਚੇਂਜ ਹੋ ਰਹੀ ਹੈ ਜਾਂ ਵੈਲੋਸਿਟੀ ਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ, ਦੋਨੇ ਕੇਸਿਸ 'ਚ ਵੈਲੋਸਿਟੀ ਤਾਂ ਚੇਂਜ ਹੋ ਰਹੀ ਹੈ ਨਾ। ਜਦੋਂ ਵੈਲੋਸਿਟੀ ਚੇਂਜ ਹੋ ਰਹੀ ਹੈ ਦੈਨ ਆਪਾਂ ਕਹਾਂਗੇ ਐਕਸਲਰੇਸ਼ਨ ਹੈ। ਠੀਕ ਹੈ। ਮਤਲਬ ਐਕਸਲਰੇਸ਼ਨ ਆਫ ਐਨ ਆਬਜੈਕਟ ਜਾਂ ਬਾਡੀ ਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ, ਰੇਟ ਆਫ ਚੇਂਜ ਆਫ ਵੈਲੋਸਿਟੀ ਆਫ ਦੀ ਆਬਜੈਕਟ। ਇਹਦੀ ਐਗਜ਼ਾਮਪਲਸ ਲਓ ਐਕਸਲਰੇਸ਼ਨ ਦੀ। ਫਰੀਲੀ ਫਾਲਿੰਗ ਬਾਡੀ ਹੈ, ਠੀਕ ਹੈ, ਆਪਾਂ ਕੋਈ ਫਰੀਲੀ ਕਿਸੇ ਹਾਈਟ ਤੋਂ ਆਪਾਂ ਬਾਲ ਛੱਡਤੀ ਨੀਚੇ ਗਰਾਊਂਡ 'ਤੇ, ਦੈਨ ਇਹਦੀ ਵੈਲੋਸਿਟੀ ਦਾ ਮੈਗਨੀਟਿਊਡ ਵੀ ਚੇਂਜ ਹੋ ਰਿਹਾ ਹੈ। ਠੀਕ ਹੈ। ਤਾਂ ਇਸ ਮੈਗਨੀਟਿਊਡ ਦੇ ਚੇਂਜ ਕਰਕੇ ਵੈਲੋਸਿਟੀ ਚੇਂਜ ਹੋ ਰਹੀ ਹੈ, ਇਸ ਕਰਕੇ ਆਪਾਂ ਕਹਾਂਗੇ ਇਸ ਬਾਡੀ 'ਚ ਐਕਸਲਰੇਸ਼ਨ ਹੈ। ਸੈਕਿੰਡ, ਫੋਰ ਅ ਬਾਡੀ ਮੂਵਿੰਗ ਰਾਊਂਡ ਅ ਸਰਕੂਲਰ ਪਾਥ। ਆਪਾਂ ਕਿਸੇ ਬਾਡੀ ਨੂੰ ਸਰਕੂਲਰ ਹੀ ਘੁਮਾ ਰਹੇ ਹਾਂ, ਸਰਕਲ ਦੇ ਵਿੱਚ ਘੁਮਾ ਰਹੇ ਹਾਂ, ਦੈਨ ਦੇਖੋ ਉਹਦੀ ਸਪੀਡ ਤਾਂ ਯੂਨੀਫਾਰਮ ਹੈ, ਆਪਾਂ ਸਪੀਡ ਨਹੀਂ ਚੇਂਜ ਕਰ ਰਹੇ, ਬਟ ਉਹਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ ਆਟੋਮੈਟਿਕਲੀ। ਸਰਕਲ ਜਿਹੜਾ ਪਾਥ ਹੁੰਦਾ ਉਹਦੇ ਵਿੱਚ ਹਰ ਪੁਆਇੰਟ 'ਤੇ ਡਾਇਰੈਕਸ਼ਨ ਚੇਂਜ ਹੁੰਦੀ ਹੈ। ਠੀਕ ਹੈ। ਤਾਂ ਇਹ ਮੋਸ਼ਨ ਨੂੰ ਵੀ ਆਪਾਂ ਕਹਾਂਗੇ ਐਕਸਲਰੇਸ਼ਨ ਹੈ। ਪ੍ਰੋਜੈਕਟਾਈਲ ਦਾ ਮੋਸ਼ਨ ਕਿਵੇਂ ਹੁੰਦਾ ਹੈ, ਆਪਾਂ ਇੱਕ ਪੁਆਇੰਟ ਤੋਂ ਖੜੇ ਹੋ ਕੇ, ਸਪੋਜ਼ ਕਰੋ ਇੱਥੇ ਖੜੇ ਹਾਂ, ਆਪਾਂ ਬਾਲ ਥਰੋ ਕੀਤੀ, ਠੀਕ ਹੈ, ਬਾਲ ਕਿਸੇ ਐਂਗਲ 'ਤੇ ਥਰੋ ਕੀਤੀ,
ਉਹ ਅੰਡਰ ਗ੍ਰੈਵਿਟੀ ਇਸ ਪੁਆਇੰਟ ਤੇ ਆ ਕੇ ਫਾਲ ਕੀਤੀ। ਦੈਨ ਦਿਸ ਪਾਥ ਇਜ਼ ਕਾਲਡ ਪੈਰਾਬੋਲਾ। ਇਸ ਦੇ ਵਿੱਚ ਵੀ ਵੈਲੋਸਿਟੀ ਦਾ ਮੈਗਨੀਟਿਊਡ ਚੇਂਜ ਹੋ ਰਿਹਾ ਐਂਡ ਡਾਇਰੈਕਸ਼ਨ ਵੀ ਚੇਂਜ ਹੋ ਰਹੀ ਹੈ। ਠੀਕ ਹੈ, ਇਸ ਕਰਕੇ ਇਸ ਕੇਸ 'ਚ ਵੀ ਆਪਾਂ ਕਵਾਂਗੇ ਐਕਸਲਰੇਸ਼ਨ ਹੈ। Acceleration and velocity of a body need not be in same direction। ਇਹ ਜ਼ਰੂਰੀ ਨਹੀਂ ਹੈਗਾ ਕਿ ਐਕਸਲਰੇਸ਼ਨ ਤੇ ਵੈਲੋਸਿਟੀ ਦੋਨੇ ਸੇਮ ਡਾਇਰੈਕਸ਼ਨ 'ਚ ਹੋਣ, ਦੋਨਾਂ ਦੀ ਡਾਇਰੈਕਸ਼ਨ ਡਿਫਰੈਂਟ ਹੋ ਸਕਦੀ ਹੈ। ਜਿਸ ਤਰ੍ਹਾਂ ਆਪਾਂ ਬਾਡੀ ਨੂੰ ਉੱਪਰ ਵੱਲ ਨੂੰ ਥਰੋ ਕਰਦੇ ਹਾਂ ਅਗੇਂਸਟ ਦੀ ਗ੍ਰੈਵਿਟੀ, ਦੈਨ ਐਕਸਲਰੇਸ਼ਨ ਤੇ ਵੈਲੋਸਿਟੀ ਦੋਨਾਂ ਦੀ ਡਾਇਰੈਕਸ਼ਨ ਸੇਮ ਨਹੀਂ ਹੋਏਗੀ। ਜੇ ਕੋਈ ਬਾਡੀ ਯੂਨੀਫਾਰਮ ਐਕਸਲਰੇਸ਼ਨ ਨਾਲ ਮੂਵ ਕਰ ਰਹੀ ਹੈ ਦੈਨ ਉਹਦੇ ਵਿੱਚ ਐਵਰੇਜ ਵੈਲੋਸਿਟੀ ਕੀ ਹੋਏਗੀ। ਠੀਕ ਹੈ, ਬਾਡੀ ਆਪਣੀ ਯੂਨੀਫਾਰਮ ਐਕਸਲਰੇਸ਼ਨ ਨਾਲ ਮੂਵ ਕਰ ਰਹੀ ਹੈ। ਐਵਰੇਜ ਵੈਲੋਸਿਟੀ ਨੂੰ ਆਪਾਂ ਡਿਨੋਟ ਕਰਦੇ ਹੁੰਦੇ ਹਾਂ ਵੀ ਦੇ, ਆਪਾਂ ਪੈਰ 'ਚ ਏ ਵੀ ਪਾਉਂਦੇ ਹੁੰਦੇ ਹਾਂ, ਵੀ ਵੈਕਟਰ ਕੁਆਂਟਿਟੀ ਹੈ। ਦੈਨ ਐਵਰੇਜ ਵੈਲੋਸਿਟੀ ਤੁਹਾਨੂੰ ਪਤਾ ਹੀ ਹੈ ਫਾਈਨਲ ਤੇ ਇਨੀਸ਼ੀਅਲ ਵੈਲੋਸਿਟੀ ਦਾ ਪਲੱਸ ਅਪੋਨ 2। A body can have zero velocity and non-zero acceleration। body ਦੇ ਵਿੱਚ velocity zero ਹੋ ਸਕਦੀ ਹੈ and acceleration ਦੀ ਕੋਈ value ਹੋ ਸਕਦੀ ਹੈ। ਪਾਰਟੀਕਲ ਪ੍ਰੋਜੈਕਟ ਕੀਤਾ ਆਪਾਂ vertically up। ਠੀਕ ਹੈ, ਆਪਾਂ ਗਰਾਊਂਡ ਤੇ ਖੜੇ ਹਾਂ, ਆਪਾਂ ਬਾਲ ਉੱਪਰ ਨੂੰ ਥਰੋ ਕੀਤੀ। ਦੈਨ ਹਾਈਐਸਟ ਪੁਆਇੰਟ, ਸਪੋਜ਼ ਕਰੋ ਇੱਥੋਂ ਆਪਾਂ ਬਾਲ ਉੱਪਰ ਨੂੰ ਥਰੋ ਕੀਤੀ। ਹਾਈਐਸਟ ਪੁਆਇੰਟ ਜਿੱਥੇ ਤੱਕ ਬਾਡੀ ਪਹੁੰਚ ਸਕਦੀ ਹੈ, ਬਾਲ ਪਹੁੰਚ ਸਕਦੀ ਹੈ, ਉੱਥੇ ਵੀ ਜਿਹੜਾ ਹੈਗਾ ਜ਼ੀਰੋ ਹੋ ਜਾਏਗਾ। ਇੱਕ ਵਾਰ ਵੀ ਜ਼ੀਰੋ ਹੋਏਗਾ ਦੈਨ ਅੰਡਰ ਗ੍ਰੈਵਿਟੀ ਉਹ ਨੀਚੇ ਆਉਣਾ ਸ਼ੁਰੂ ਕਰੇਗੀ। ਬਟ ਇਸ ਪੁਆਇੰਟ 'ਤੇ, ਆਪਣੇ ਹਾਈਐਸਟ ਪੁਆਇੰਟ 'ਤੇ ਵੀ ਜ਼ੀਰੋ ਹੋਏਗੀ, ਇਹ ਹੋਏਗੀ -g, ਕਿਉਂਕਿ ਉਹ ਅਗੇਂਸਟ ਦੀ ਗ੍ਰੈਵਿਟੀ ਉੱਪਰ ਵੱਲ ਨੂੰ ਜਾ ਰਹੀ ਹੈ। ਠੀਕ ਹੈ, ਇਸ 'ਚ ਹੋ ਗਿਆ ਨਾ ਵੈਲੋਸਿਟੀ ਜ਼ੀਰੋ ਤੇ ਐਕਸਲਰੇਸ਼ਨ ਨਾਨ ਜ਼ੀਰੋ। ਉਸ ਤੋਂ ਬਾਅਦ if a body has uniform speed it may have acceleration। ਯੂਨੀਫਾਰਮ ਸਪੀਡ ਹੋਣ ਦੇ ਬਾਵਜੂਦ ਵੀ ਇਸ 'ਚ ਐਕਸਲਰੇਸ਼ਨ ਹੋ ਸਕਦਾ। ਸਰਕੂਲਰ ਮੋਸ਼ਨ ਵਾਲੀ ਤੁਹਾਨੂੰ ਐਗਜ਼ਾਮਪਲ ਦੇ ਕੇ ਆਏ ਹਾਂ। ਠੀਕ ਹੈ, ਕਿਉਂਕਿ ਡਾਇਰੈਕਸ਼ਨ ਚੇਂਜ ਹੋ ਰਹੀ ਹੈ। ਇਸ ਤਰ੍ਹਾਂ ਸਰਕਲ ਦੇ ਵਿੱਚ ਕੋਈ ਬੋਡੀ ਘੁੰਮ ਰਹੀ ਹੈ ਬਟ ਯੂਨੀਫਾਰਮ ਮੋਸ਼ਨ ਨਾਲ ਘੁੰਮ ਰਹੀ ਹੈ, ਬਟ ਹਰੇਕ ਪੁਆਇੰਟ 'ਤੇ ਡਾਇਰੈਕਸ਼ਨ ਜਿਹੜੀ ਹੈਗੀ ਹੈ ਚੇਂਜ ਹੋ ਰਹੀ ਹੈ। ਠੀਕ ਹੈ, ਡਾਇਰੈਕਸ਼ਨ ਚੇਂਜ ਹੋਣ ਨੂੰ ਵੀ ਆਪਾਂ ਕਹਿੰਦੇ ਹਾਂ ਚੇਂਜ ਇਨ ਵੈਲੋਸਿਟੀ। If a body has uniform velocity it has no acceleration। ਜੇ ਵੈਲੋਸਿਟੀ ਯੂਨੀਫਾਰਮ ਹੁੰਦੀ ਹੈ ਤਾਂ ਉਹਦੇ ਵਿੱਚ ਐਕਸਲਰੇਸ਼ਨ ਨਹੀਂ ਹੁੰਦਾ ਹੈਗਾ। ਠੀਕ ਹੈ, ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਚੇਂਜ ਇਨ ਵੈਲੋਸਿਟੀ ਹੀ ਐਕਸਲਰੇਸ਼ਨ ਕ੍ਰੀਏਟ ਕਰਦੀ ਹੈ। ਔਰ ਚੇਂਜ ਇਨ ਵੈਲੋਸਿਟੀ ਚਾਹੇ ਉਹਦੇ ਮੈਗਨੀਟਿਊਡ 'ਚ ਹੋਵੇ ਚਾਹੇ ਉਹਦੇ ਡਾਇਰੈਕਸ਼ਨ 'ਚ ਹੋਵੇ। When a body moves with uniform acceleration along a straight line and has a distance x travelled in the nth second, in the next second it travels a distance x plus a ਕੀ ਹੈ ਐਕਸਲਰੇਸ਼ਨ ਹੈ। ਯੂਨੀਫਾਰਮ ਐਕਸਲਰੇਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ। ਬਾਡੀ ਮੂਵ ਕਰ ਰਹੀ ਹੈ ਯੂਨੀਫਾਰਮ ਐਕਸਲਰੇਸ਼ਨ ਨਾਲ ਇੱਕ ਸਟ੍ਰੇਟ ਲਾਈਨ 'ਚ। ਠੀਕ ਹੈ, ਨਾਟ ਇਨ ਸਰਕੂਲਰ, ਸਟ੍ਰੇਟ ਲਾਈਨ 'ਚ ਮੂਵ ਕਰ ਰਹੀ ਹੈ ਅਤੇ ਇਸਨੇ nth ਸੈਕਿੰਡ ਦੇ ਵਿੱਚ x ਡਿਸਟੈਂਸ ਕਵਰ ਕੀਤੀ। nth ਸੈਕਿੰਡ ਤੋਂ ਅਗਲੇ ਸੈਕਿੰਡ 'ਚ ਇਹਨੇ ਡਿਸਟੈਂਸ ਕਵਰ ਕੀਤੀ x plus a। ਇਸ 'ਚ a ਕੀ ਹੈ ਐਕਸਲਰੇਸ਼ਨ ਹੈ। ਨੈਕਸਟ ਪੁਆਇੰਟ ਬੜਾ ਪ੍ਰੈਕਟੀਕਲੀ ਤੁਹਾਨੂੰ ਯਾਦ ਰੱਖਣ ਵਾਲਾ ਹੈ। ਫਰੀਲੀ ਫਾਲ ਬਾਡੀ, ਵੈਕਿਊਮ ਦੇ ਵਿੱਚ ਜਦੋਂ ਕੋਈ ਬਾਡੀ ਫਰੀਲੀ ਫਾਲ ਕਰ ਰਹੀ ਹੈ ਵਿਦਾਊਟ ਐਨੀ ਅਦਰ ਫੋਰਸ, ਐਕਸਟਰਨਲ ਫੋਰਸ, ਅੰਡਰ ਦੀ ਐਕਸ਼ਨ ਆਫ ਗ੍ਰੈਵਿਟੀ। ਠੀਕ ਹੈ, ਉਹ ਯੂਨੀਫਾਰਮ ਹੋਏਗਾ ਮੋਸ਼ਨ ਐਂਡ ਦੈਟ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਦੇਖੋ ਉਹਦੇ ਵਿੱਚ ਬਾਡੀ ਦੇ ਵਿੱਚ ਐਕਸਲਰੇਸ਼ਨ ਤਾਂ ਆਏਗਾ,
ਉਹ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਜਿਹਨੂੰ ਆਪਾਂ ਜੀ ਕਹਿ ਦਿੰਦੇ ਹਾਂ, ਦੈਟ ਵਿਲ ਬੀ ਇਕੁਅਲ ਟੂ 980 ਸੈਂਟੀਮੀਟਰ ਪਰ ਸੈਕਿੰਡ ਸਕੁਅਰ ਐਂਡ SI ਦੇ ਵਿੱਚ ਹੋਏਗਾ 9.8 ਮੀਟਰ ਪਰ ਸੈਕਿੰਡ ਸਕੁਅਰ। ਐਕਸਲੇਸ਼ਨ ਨੂੰ ਆਪਾਂ ਡਿਫਾਈਨ ਦੂਸਰੇ ਤਰੀਕੇ ਨਾਲ ਕੀ ਕਰ ਸਕਦੇ ਹਾਂ, ਟਾਈਮ ਰੇਟ ਆਫ ਚੇਂਜ ਆਫ ਇਟਸ ਵੈਲੋਸਿਟੀ। ਠੀਕ ਹੈ, ਚੇਂਜ ਇਨ ਵੈਲੋਸਿਟੀ मतलब v2 माइनस v1, टाइम भी चेंज हो रही है t2 माइनस t1 मतलब t1 ਤੇ ਵੈਲੋਸਿਟੀ ਸੀਗੀ v1, t2 ਤੇ ਵੈਲੋਸਿਟੀ ਸੀਗੀ v2, ਦੈਨ ਐਵਰੇਜ ਐਕਸਲਰੇਸ਼ਨ ਕੀ ਹੋਏਗਾ v2 ਮਾਈਨਸ v1 अपॉन t2 ਮਾਈਨਸ t1। ਠੀਕ ਹੈ, ਇਸ ਤਰ੍ਹਾਂ ਡੈਲਟਾ ਦੀ ਫਾਰਮ 'ਚ ਵੀ ਆਪਾਂ ਡਿਨੋਟ ਕਰ ਸਕਦੇ ਹਾਂ। ਐਕਸਲੇਸ਼ਨ ਵੈਕਟਰ ਕੁਆਂਟਿਟੀ ਹੈ, ਇਸ ਕਰਕੇ ਇਹਦੇ ਉੱਪਰ ਵੈਕਟਰ ਦਾ ਸਿੰਬਲ ਜ਼ਰੂਰ ਪਾਉਣਾ ਹੈ। ਐਕਸਲੇਸ਼ਨ ਇਜ਼ ਇਕੁਅਲ ਟੂ ਡੈਲਟਾ v अपॉन ਡੈਲਟਾ t। ਕਿਸੇ ਇੰਸਟੈਂਟ 'ਤੇ ਆਪਾਂ ਐਕਸਲੇਸ਼ਨ ਲੈਣਾ ਹੈ, ਉਸ ਦੀ ਜਿਹੜੀ ਵੈਲਿਊ ਆਏਗੀ ਦੈਟ ਵਿਲ ਬੀ ਇੰਸਟੈਂਟੇਨੀਅਸ ਐਕਸਲਰੇਸ਼ਨ। ठीक है, पर्टिकुलर इंस्टेंट ते when t tends to 0 लिमिट delta t tends to 0 delta v upon delta t, this is instantaneous acceleration या इनू आपां कह सकते हैं a is equal to dv upon dt। ठीक है, हुण a इज इक्वल टू डी स्केयर एस वैक्टर अपॉन डी टी स्केयर किवें लिखिया, क्योंकि एक्सलरेशन है चेंज इन वेलोसिटी अपॉन चेंज इन वेलोसिटी अपॉन टाइम एंड v की है चेंज इन डिसप्लेसमेंट अपॉन टाइम। ठीक है, दो बार चेंज हो रहा है, सो आप इसनों सैकेंड डेरिवेटिव लिख सकते हैं एस का डी स्केयर एस अपॉन डी टी स्केयर। हाँ जी, एक्सलेशन वैक्टर क्वांटिटी है, इसका मैगनीट्यूड भी होंदा है, डायरेक्शन भी होंदी है एंड ये पॉजिटिव नैगेटिव या जीरो भी हो सकता है। ठीक है, वैक्टर क्वांटिटी है, दी वैल्यू पॉजिटिव नैगेटिव या जीरो भी हो सकती है। एक्सलेशन की डायरेक्शन वेलोसिटी की ही डायरेक्शन सेम होंदी है। पॉजिटिव नैगेटिव तो जीरो किमें हो सकता है, देखो जे एक्सलरेशन इन दी डायरेक्शन ऑफ मोशन ऑफ बॉडी है दैन वेलोसिटी ऑफ अ बॉडी इज इनक्रीजिंग विद टाइम। ठीक है, एक्सलरेशन होएगा पॉजिटिव। सैकेंड केस जे एक्सलरेशन डायरेक्शन ऑफ मोशन ऑफ आ बॉडी तो ओपोजिट है दैन वेलोसिटी ऑफ बॉडी की होएगी डिक्रीज होएगी तो बॉडी का एक्सलरेशन की होएगा नैगेटिव। अच्छा, जे कोई बॉडी कॉन्सटेंट वेलोसिटी नाल मूव कर रही है दैन उस बॉडी का एक्सलरेशन की होएगा जीरो। फिफ्थ पॉइंट है एक्सलेशन आप मेजर किमें करते हैं, CGS सिस्टम च ते SI सिस्टम च सेंटीमीटर पर सैकेंड स्क्वायर एंड मीटर पर सैकेंड स्क्वायर। प्रैक्टिकली आप जिहड़े कार दे उत्ते या व्हीकल दे उत्ते किसी भी ते लिखे देखते हैं तो प्रैक्टिकली किलोमीटर पर आवर उहदा यूनिट हुंदा है। ठीक है, क्योंकि डिस्टेंस लार्ज होंदियां ने, टाइम ज़्यादा ट्रैवल करना हुंदा है, इस करके। नाउ द नेक्स्ट टर्म इज यूनिफॉर्म एक्सेलरेशन। इफ इक्वल चेंजेस ऑफ वेलोसिटी टेक प्लेस इन इक्वल इंटरवल्स ऑफ टाइम, however small these intervals may be, then the body is said to be in uniform acceleration। टाइम इंटरवल इक्वल है, वेलोसिटी दे विच चेंज इक्वल हो रहा है। ठीक है, तो आप कहांगे बॉडी जिहड़ी हैगी है यूनीफॉर्म एक्सलरेशन च है।
वेलोसिटी भी बाय इक्वल अमाउंट से चेंज हो रही है और टाइम भी इक्वल इंटरवल्स से चेंज हो रही है, पहले 2 मिनट, अगले 2 मिनट, उस तो अगले 2 मिनट, ठीक है। वेलोसिटी भी इक्वल अमाउंट से चेंज हो रही है, पहला 5 किलोमीटर पर आवर, दैन 5 किलोमीटर पर आवर मतलब 10 होगी। इस तरह करके यूनीफॉर्म एक्सलरेशन च वेलोसिटी ते टाइम चेंज हो रहे हैं। A body has uniform acceleration if its velocity changes at uniform rate। velocity बराबर बराबर चेंज हो रही है। ਇਹਦੀ एग्जाम्पल देखो, फ्रीली फॉलिंग बॉडी ਕਿਸੇ ਹੋਰ ਫੋਰਸ ਤੋਂ ਬਿਨਾ ਆਪਾਂ ਕਿਸੇ ਹਾਈਟ ਤੇ ਕੋਈ ਬਾਲ ਥਰੋ ਕਰਦੇ ਆ ਤਾਂ ਉਹ ਜਸਟ ਫਰੀਲੀ ਫਾਲ ਕਰ ਰਹੀ ਹੈ, ਉਹ ਤੇ ਹੋਰ ਕੋਈ ਫੋਰਸ ਨਹੀਂ ਐਕਟ ਕਰ ਰਹੀ, ਅੰਡਰ ਦੀ ਇਫੈਕਟ ਆਫ ਗ੍ਰੈਵਿਟੀ ਹੀ ਉਹ ਬਾਲ ਫਾਲ ਕਰ ਰਹੀ ਹੈ। ਸੀ ਦਾ ਐਗਜ਼ਾਮਪਲ, देखो बॉल दी पोजीशन, नाउ इट विल फॉल फ्रीली, ठीक है। दिस इज यूनीफॉर्मली एक्सीलरेटेड मोशन। ਆਪਾਂ कोई इनकलाइंड प्लेन ले ਲੈਂਦੇ ਆ, ਕਿਸੇ एंगल ਤੇ ਜਿਹੜੀ ਹੈਗੀ ਆ प्लेन है, ਉਸ ਦੇ ਉੱਤੇ ब्लॉक स्लाइड करके आ ਰਿਹਾ कोई, देखो ये प्लेन इनकलाइंड है, एक ब्लॉक रखे है, ब्लॉक स्लाइड करेगा, ठीक है। दिस मोशन इज यूनीफॉर्मली एक्सीलरेटेड मोशन। नॉन यूनीफॉर्म एक्सीलरेशन, व्हाट इज दिस? गैस करके देख लो। जे यूनीफॉर्म एक्सीलरेशन च तुसी क्या सीगा कि velocity changes by equal amounts in equal interval of time, then non uniform acceleration च की होएगा? You can think by yourself। A body is said to be moving with non uniform acceleration if its velocity increases by unequal amounts in equal intervals of time। टाइम इंटरवल इक्वल है, पहला 2 मिनट, दूसरे 2 मिनट, तीसरे 2 मिनट, ठीक है। बट जी वेलोसिटी है वो बराबर बराबर नहीं चेंज हो रही हैगी, कदे तो 5 किलोमीटर पर आवर हो रही है, कदे 7 हो रही है, कदे 10 हो रही है, कदे 15 हो रही है, ठीक है। इस तरह जी वेलोसिटी अनइक्वल अमाउंट के चेंज हो रही है, दैन दिस मोशन विल बी नॉन यूनीफॉर्म एक्सीलरेशन। A body has non-uniform acceleration if its velocity changes at non-uniform rate। Motion of a car on a crowded city road because its velocity or speed changes continuously। मोस्टली ਜਿਹੜੇ रोड ਤੇ मोशन ਹੁੰਦੇ ਆ 99% नॉन यूनीफॉर्म एक्सीलरेशन च ਹੁੰਦੇ ਆ। रोड शो हो रही है, कार चल रही है, देखो कदे स्लो होगी, कदे फास्ट होगी, अगेन देख रहे हो ना, यदि वेलोसिटी अनइक्वल अमाउंट च चेंज हो रही है। रिटार्डेशन और इसनों कहते हैं नैगेटिव एक्सीलरेशन, नैगेटिव एक्सीलरेशन कह देंगे या रिटार्डेशन कह देंगे। A body is said to be retarded if its velocity decreases with respect to time। ਹੁਣ ਆਪਾਂ ਹਮੇਸ਼ਾ ਬਾਰ-ਬਾਰ ਕਹਿ ਰਹੇ ਸੀ velocity increases, but velocity decreases ਵੀ ਤਾਂ ਕਰ ਸਕਦੀ ਹੈ ਨਾ। ਜਦੋਂ velocity decrease ਕਰ ਰਹੀ ਹੈ then ਆਪਾਂ ਕਵਾਂਗੇ retardation ਹੋ ਰਹੀ ਹੈ ਜਾਂ acceleration negative ਹੈ। This is road, देखो ठीक है, वेलोसिटी डिक्रीज हुई है। आ कार इज डिक्सलरेटिंग टू कम टू हाल्ट, हौली हौली स्लो हुंदी हुंदी ओह रुक गई। हाँ जी, उस तो बाद आपां बहुत मोस्ट इंपॉर्टेंट टॉपिक डिस्कस करना है इसे दा ही, एक्सीलरेशन दा ही, पोजीशन टाइम ग्राफ।
पोजीशन टाइम ग्राफ च पहला यूनीफॉर्मली एक्सलरेटेड देखते हैं, मतलब पॉजिटिव एक्सलरेशन देखते हैं। उस तरह ही आप पोजीशन ले ली, वाई एक्सिस वाल टाइम ले लिया, एक्स एक्सिस वाल पोजीशन मीटर्स है, टाइम सैकेंड्स ਦੇ ਵਿੱਚ है। देखो पहला की होएगा, पहले केस च ऑब्जेक्ट इज मूविंग विद यूनीफॉर्म पॉजिटिव एक्सलरेशन, ठीक है। तो पॉजिटिव ਇਹਦਾ ਜਿਹੜਾ पोजीशन टाइम ग्राफ होएगा इस तरह की करव बनेगी। ग्रीन कलर की करव तुसी देख रहे हो, यह शो कर रही है when an object is moving with uniform positive acceleration। नेगेटिव एक्सलरेशन यूनीफॉर्मली डेसिलरेटेड, यदि करव देखो लाइक दिस। इस केस च की है, ऑब्जेक्ट इज मूविंग विद नेगेटिव एक्सलरेशन, तो यदि करव इस शेप की होएगी। जीरो एक्सलरेशन इस तरह की स्ट्रेट लाइन होएगी जदों एक्सलरेशन जीरो है। तो ये सारे तुसी ये भी नोट कर सकते हो कि स्लोप ऑफ द पोजीशन टाइम ग्राफ एट एनी इंस्टेंट ऑफ टाइम गिव्स द इंस्टेंटेनियस वेलोसिटी ऑफ द ऑब्जेक्ट एट द गिवन इंस्टेंट ऑफ टाइम, ठीक है। ये सारी करव दे जिहड़ी स्लोप हैगी है, सारे ग्राफ देखो तुसी, तिन्ने ग्राफ ਇਹਦੇ ਵਿੱਚ ਜਿਹੜੀ ਸਲੋਪ ਹੈਗੀ ਹੈ ਉਸ 'ਚ ਆਪਾਂ ਕਿਸੇ ਇੰਸਟੈਂਟ 'ਤੇ ਜਦੋਂ ਆਪਾਂ ਦੇਖਦੇ ਹਾਂ ਵੈਲੋਸਿਟੀ, ਆਪਾਂ ਉਸ ਪੁਆਇੰਟ 'ਤੇ ਸਲੋਪ ਦੇ ਪੁਆਇੰਟ ਤੋਂ ਕੱਢ ਕੇ ਦੇਖ ਸਕਦੇ ਹਾਂ। ਉਸ ਤੋਂ ਬਾਅਦ ਹੈ ਵੈਲੋਸਿਟੀ ਟਾਈਮ ਗ੍ਰਾਫ। ਪਹਿਲਾਂ ਆਪਾਂ ਪੋਜੀਸ਼ਨ ਟਾਈਮ ਗ੍ਰਾਫ ਦੇਖਿਆ, ਨਾਓ ਵੈਲੋਸਿਟੀ ਟਾਈਮ ਗ੍ਰਾਫ। हाँ जी, फर्स्ट वाला देखो, फर्स्ट वाले है when an object is moving with positive constant acceleration having some initial velocity, this v naught, ठीक है। v naught initial velocity ਦੇ ਨਾਲ positive constant acceleration ਨਾਲ कोई body move कर रही है, ਤਾਂ ਉਹਦਾ ग्राफ इस टाइप का होएगा। सैकेंड केस च की शो हो रहा है, मोशन इन पॉजिटिव डायरेक्शन बट विद नेगेटिव एक्सलरेशन, ठीक है। नाउ v नॉट इज दिस एंड v इज दिस, इस नेगेटिव एक्सलरेशन है। हुण थर्ड दे विच देखो, इस केस ऑब्जेक्ट इज मूविंग विद यूनीफॉर्म नेगेटिव एक्सलरेशन हैविंग नेगेटिव इनिशियल वेलोसिटी। देखो इस वेलोसिटी जिहड़ी हैगी है v नॉट नेगेटिव है एंड ऑब्जेक्ट मूव कर रहा है विद यूनीफॉर्म नेगेटिव एक्सलरेशन नाल। देखो नैगेटिव कोआर्डीनेट्स दे विच है ये ग्राफ, करव ड्रॉ हुई हुई है नैगेटिव कोआर्डीनेट्स दे विच, सो दिस इज नैगेटिव एक्सलरेशन, राइट। नैक्सट देखो, इस केस च की शो हो रहा है, ऑब्जेक्ट मूव कर रहा है विद यूनीफॉर्म नैगेटिव एक्सलरेशन, नैगेटिव एक्सलरेशन है, यूनीफॉर्म है, बट इनिशियल वेलोसिटी जिहड़ी हैगी आ वो पॉजिटिव है, दिस इज पॉजिटिव, राइट। तुसी ये सारे केसिस जिहड़े हैगे याद रखने आ। ग्राफ तुहानूं याद होने चाहिए हैं भी पॉजिटिव डायरैक्शन विच पॉजिटिव एक्सलरेशन हो रहा है, दैन आ वाला ग्राफ है पॉजिटिव डायरैक्शन च नैगेटिव एक्सलरेशन हो रहा है, आ ग्राफ है नैगेटिव डायरैक्शन च नैगेटिव एक्सलरेशन, ठीक है।
ਨੈਗੇਟਿਵ ਐਕਸਲਰੇਸ਼ਨ ਹੈ ਬਟ ਬੋਡੀ ਮੂਵ ਕਰ ਰਹੀ ਹੈ ਵਿਦ ਯੂਨੀਫਾਰਮ ਨੈਗੇਟਿਵ ਐਕਸਲਰੇਸ਼ਨ 'ਚ ਇਨੀਸ਼ੀਅਲ ਵੈਲੋਸਿਟੀ ਪੋਜ਼ਿਟਿਵ ਹੈ ਦੈਨ ਦਿਸ ਮਚ। ਠੀਕ। ਸੋ ਬੱਚੋ ਅੱਜ ਆਪਣਾ ਇਹ ਐਕਸਲਰੇਸ਼ਨ ਦਾ ਟੌਪਿਕ ਸੀਗਾ। ਬੜੇ ਧਿਆਨ ਨਾਲ ਕਰਨਾ ਹੈ ਕਿਉਂਕਿ ਇਹ ਸਾਰੇ ਟੌਪਿਕ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਸਮਝਣ ਵਾਲੇ ਹੈ। ਗ੍ਰਾਫ ਤੁਹਾਨੂੰ ਪੂਰੇ ਆਉਣੇ ਚਾਹੀਦੇ ਹੈ, ਗ੍ਰਾਫ ਦੇ ਬੇਸ 'ਤੇ ਨਿਊਮੈਰੀਕਲਸ ਵੀ ਕਰਨੇ ਆ ਤੁਸੀਂ NCERT ਦੀ ਬੁੱਕ 'ਚੋਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਇਕੁਏਸ਼ਨਸ ਆਫ ਮੋਸ਼ਨਸ ਕਰਨੀ ਹੈ, ਕੱਲ੍ਹ ਤੋਂ ਉਹ ਸਟਾਰਟ ਕਰਾਂਗੇ। ਸੋ ਅੱਜ ਤੁਸੀਂ ਇਹ ਟੌਪਿਕ ਆਪਣਾ ਪੂਰਾ ਵਾਚ ਕਰਨੀ ਹੈ ਵੀਡੀਓ, ਨੋਟਸ ਬਣਾਉਣੇ ਹੈ ਐਂਡ ਕੋਈ ਡਾਊਟ ਹੈਗਾ ਤਾਂ ਮੈਨੂੰ ਜ਼ਰੂਰ ਪੁੱਛਣਾ ਹੈ। ਠੀਕ ਹੈ, ਓਕੇ ਬੇਟਾ, ਟੇਕ ਕੇਅਰ।